ਕਿਹੜੀ ਜਗ੍ਹਾ ਗੋਲੀਆਂ ਕਿੰਨੇ ਚਲਾਈਆਂ ਉਹ ਨਹੀਂ ਪਤਾ ਜੀ ਸਰ। ਭਾਜੀ ਹੁਣੇ ਅਸੀਂ ਬਾਅਦ ਚੋਂ ਆਏ ਆ ਸਰ। ਤੁਸੀਂ ਕਿਹੜੀ ਜਗ੍ਹਾ ਖੜੇ ਹੋ ਭਾਜੀ? ਅਸੀਂ ਕਚਹਿਰੀਆਂ ਦੇ ਬਾਹਰ ਦੇ ਪਾਸੇ ਬਿਲਕੁਲ। ਤੇ ਗੋਲੀਆਂ ਕਿੰਨੀਆਂ ਤੁਹਾਡੇ ਖੋਲ ਕਿੰਨੇ ਮਿਲੇ? 2 ਮਿਲੇ। 2 ਮਿਲੇ ਕਿੰਨੇ ਬੰਦੇ ਸੀਗੇ? ਚੱਲੇ ਪਤਾ ਲੱਗਿਆ ਸਰ ਹੋਇਆ ਕੀ ਇਹਦੇ ਬਾਰੇ ਹਜੇ ਕਲੀਅਰ ਕਰ ਰਹੇ ਹਾਂ, ਉਹ ਫਿਰ ਦੱਸਦੇ ਹਾਂ। ਕਿਹੜੀ ਜਗ੍ਹਾ ਚੱਲੀ ਕਿਹੜੀ ਜਗ੍ਹਾ ਗੋਲੀਆਂ ਕਿੰਨੇ ਚਲਾਈਆਂ? ਉਹ ਨਹੀਂ ਪਤਾ ਜੀ ਸਰ। ਭਾਜੀ ਹੁਣੇ ਅਸੀਂ ਬਾਅਦ ਚੋਂ ਆਏ ਆ ਸਰ। ਤੁਸੀਂ ਕਿਹੜੀ ਜਗ੍ਹਾ ਖੜੇ ਹੋ ਭਾਜੀ? ਅਸੀਂ ਕਚਹਿਰੀਆਂ ਦੇ ਬਾਹਰ ਦੇ ਪਾਸੇ ਬਿਲਕੁਲ। ਤੇ ਗੋਲੀਆਂ ਕਿੰਨੀਆਂ ਤੁਹਾਡੇ ਖੋਲ ਕਿੰਨੇ ਮਿਲੇ? 2 ਮਿਲੇ। 2 ਮਿਲੇ ਕਿੰਨੇ ਬੰਦੇ ਸੀਗੇ? ਚੱਲੇ ਪਤਾ ਲੱਗਿਆ ਸਰ ਹੋਇਆ ਕੀ ਇਹਦੇ ਬਾਰੇ ਹਜੇ ਕਲੀਅਰ ਕਰ ਰਹੇ ਹਾਂ, ਉਹ ਫਿਰ ਦੱਸਦੇ ਹਾਂ। ਕਿਹੜੀ ਜਗ੍ਹਾ ਚੱਲੀ ਕਿਹੜੀ ਜਗ੍ਹਾ ਗੋਲੀਆਂ ਕਿੰਨੇ ਚਲਾਈਆਂ? ਉਹ ਨਹੀਂ ਪਤਾ ਜੀ ਸਰ। ਭਾਜੀ ਹੁਣੇ ਅਸੀਂ ਬਾਅਦ ਚੋਂ ਆਏ ਆ ਸਰ। ਤੁਸੀਂ ਕਿਹੜੀ ਜਗ੍ਹਾ ਖੜੇ ਹੋ ਭਾਜੀ? ਅਸੀਂ ਕਚਹਿਰੀਆਂ ਦੇ ਬਾਹਰ ਦੇ ਪਾਸੇ ਬਿਲਕੁਲ। ਤੇ ਗੋਲੀਆਂ ਕਿੰਨੀਆਂ ਤੁਹਾਡੇ ਖੋਲ ਕਿੰਨੇ ਮਿਲੇ? 2 ਮਿਲੇ। 2 ਮਿਲੇ ਕਿੰਨੇ ਬੰਦੇ ਸੀਗੇ? ਚੱਲੇ ਪਤਾ ਲੱਗਿਆ ਸਰ ਹੋਇਆ ਕੀ ਇਹਦੇ ਬਾਰੇ ਹਜੇ ਕਲੀਅਰ ਕਰ ਰਹੇ ਹਾਂ, ਉਹ ਫਿਰ ਦੱਸਦੇ ਹਾਂ। ਪਤਾ ਨਹੀਂ ਅਸੀਂ ਬਾਤ ਸੁਣ ਕੇ ਆਏ ਆ, ਇਧਰੋਂ ਆਉਂਦੇ ਸੀਗੇ ਬਾ ਗੋਲੀਆਂ ਦੀ ਬਾਤ ਸੁਣੀ ਆ ਬਸ। 3 ਗੋਲੀਆਂ ਚੱਲੀਆਂ। ਹਾਂਜੀ ਅੱਛਾ ਕੋਈ ਮੁੰਡੇ ਆਏ ਸੀਗੇ? ਉਹ 2 ਜਾਣੇ ਸੀਗੇ। ਭੱਜ ਗਏ ਉਹ ਤਾਂ ਜਦੇ ਭੱਜ ਗਏ ਇਧਰੋਂ ਆ ਰਹੇ। ਜ਼ਖਮੀ ਇੱਕ ਦੇਖਿਆ ਹੱਥ ਤੇ ਗੋਲੀ ਲੱਗੀ, ਇੱਥੋਂ ਪਾ ਕੇ ਲੈ ਗਏ ਉਹਨੂੰ। ਤੇ ਕਿੰਨੇ ਵਜੇ ਦਾ ਟਾਈਮ ਸੀਗਾ? ਆ ਹੁਣੇ ਹੀ ਜੀ 15 ਕੁ ਮਿੰਟ। ਨਹੀਂ ਕਾਰ ਪ੍ਰਾਈਵੇਟ ਕਾਰ ਸੀਗੀ, ਇੱਥੋਂ ਲੈ ਕੇ ਪ੍ਰਾਈਵੇਟ। ਨਹੀਂ ਗੋਲੀਆਂ ਕਿੰਨੀਆਂ ਚੱਲੀਆਂ? 3 ਚੱਲੀਆਂ। ਤੇ ਜ਼ਖਮੀ ਹੋਇਆ ਕੋਈ? ਹਾਂ ਇੱਕ ਹੀ ਦੇਖਿਆ ਜੀ, ਲੜਾਈ ਝਗੜੇ ਦਾ ਨਹੀਂ ਪਤਾ ਬਾਈ। ਅਸੀਂ ਵੀ ਆਉਂਦੇ ਹੀ ਪਏ ਸੀਗੇ। ਪੁਲਿਸ ਵਾਲੇ ਬਾਅਦ ਚ ਆਏ ਕਿ ਨਹੀਂ ਮੌਕੇ ਤੇ ਆ ਗਏ ਸੀਗੇ। ਸਾਨੂੰ ਪਤਾ ਨਹੀਂ ਅਸੀਂ ਬਾਤ ਸੁਣ ਕੇ ਆਏ ਆ, ਇਧਰੋਂ ਆਉਂਦੇ ਸੀਗੇ ਬਾ ਗੋਲੀਆਂ ਦੀ ਬਾਤ ਸੁਣੀ ਆ ਬਸ। 3 ਗੋਲੀਆਂ ਚੱਲੀਆਂ। ਹਾਂਜੀ ਅੱਛਾ ਕੋਈ ਮੁੰਡੇ ਆਏ ਸੀਗੇ? ਉਹ 2 ਜਾਣੇ ਸੀਗੇ। ਭੱਜ ਗਏ ਉਹ ਤਾਂ ਜਦੇ ਭੱਜ ਗਏ ਇਧਰੋਂ ਆ ਰਹੇ। ਜ਼ਖਮੀ ਇੱਕ ਦੇਖਿਆ ਹੱਥ ਤੇ ਗੋਲੀ ਲੱਗੀ, ਇੱਥੋਂ ਪਾ ਕੇ ਲੈ ਗਏ ਉਹਨੂੰ। ਤੇ ਕਿੰਨੇ ਵਜੇ ਦਾ ਟਾਈਮ ਸੀਗਾ? ਆ ਹੁਣੇ ਹੀ ਜੀ 15 ਕੁ ਮਿੰਟ। ਨਹੀਂ ਕਾਰ ਪ੍ਰਾਈਵੇਟ ਕਾਰ ਸੀਗੀ, ਇੱਥੋਂ ਲੈ ਕੇ ਪ੍ਰਾਈਵੇਟ। ਨਹੀਂ ਗੋਲੀਆਂ ਕਿੰਨੀਆਂ ਚੱਲੀਆਂ? 3 ਚੱਲੀਆਂ। ਤੇ ਜ਼ਖਮੀ ਹੋਇਆ ਕੋਈ? ਹਾਂ ਇੱਕ ਹੀ ਦੇਖਿਆ ਜੀ, ਲੜਾਈ ਝਗੜੇ ਦਾ ਨਹੀਂ ਪਤਾ ਬਾਈ। ਅਸੀਂ ਵੀ ਆਉਂਦੇ ਹੀ ਪਏ ਸੀਗੇ। ਪੁਲਿਸ ਵਾਲੇ ਬਾਅਦ ਚ ਆਏ ਕਿ ਨਹੀਂ ਮੌਕੇ ਤੇ ਆ ਗਏ ਸੀਗੇ। ਹਾਂਜੀ ਪਤਾ ਨਹੀਂ ਅਸੀਂ ਬਾਤ ਸੁਣ ਕੇ ਆਏ ਆ, ਇਧਰੋਂ ਆਉਂਦੇ ਸੀਗੇ ਬਾ ਗੋਲੀਆਂ ਦੀ ਬਾਤ ਸੁਣੀ ਆ ਬਸ। 3 ਗੋਲੀਆਂ ਚੱਲੀਆਂ। ਹਾਂਜੀ ਅੱਛਾ ਕੋਈ ਮੁੰਡੇ ਆਏ ਸੀਗੇ? ਉਹ 2 ਜਾਣੇ ਸੀਗੇ। ਭੱਜ ਗਏ ਉਹ ਤਾਂ ਜਦੇ ਭੱਜ ਗਏ ਇਧਰੋਂ ਆ ਰਹੇ। ਜ਼ਖਮੀ ਇੱਕ ਦੇਖਿਆ ਹੱਥ ਤੇ ਗੋਲੀ ਲੱਗੀ, ਇੱਥੋਂ ਪਾ ਕੇ ਲੈ ਗਏ ਉਹਨੂੰ। ਤੇ ਕਿੰਨੇ ਵਜੇ ਦਾ ਟਾਈਮ ਸੀਗਾ? ਆ ਹੁਣੇ ਹੀ ਜੀ 15 ਕੁ ਮਿੰਟ। ਨਹੀਂ ਕਾਰ ਪ੍ਰਾਈਵੇਟ ਕਾਰ ਸੀਗੀ, ਇੱਥੋਂ ਲੈ ਕੇ ਪ੍ਰਾਈਵੇਟ। ਨਹੀਂ ਗੋਲੀਆਂ ਕਿੰਨੀਆਂ ਚੱਲੀਆਂ? 3 ਚੱਲੀਆਂ। ਤੇ ਜ਼ਖਮੀ ਹੋਇਆ ਕੋਈ? ਹਾਂ ਇੱਕ ਹੀ ਦੇਖਿਆ ਜੀ, ਲੜਾਈ ਝਗੜੇ ਦਾ ਨਹੀਂ ਪਤਾ ਬਾਈ। ਅਸੀਂ ਵੀ ਆਉਂਦੇ ਹੀ ਪਏ ਸੀਗੇ। ਪੁਲਿਸ ਵਾਲੇ ਬਾਅਦ ਚ ਆਏ ਕਿ ਨਹੀਂ ਮੌਕੇ ਤੇ ਆ ਗਏ ਸੀਗੇ। ਹਾਂਜੀ ਪਤਾ ਨਹੀਂ ਅਸੀਂ ਬਾਤ ਸੁਣ ਕੇ ਆਏ ਆ, ਇਧਰੋਂ ਆਉਂਦੇ ਸੀਗੇ ਬਾ ਗੋਲੀਆਂ ਦੀ ਬਾਤ ਸੁਣੀ ਆ ਬਸ। 3 ਗੋਲੀਆਂ ਚੱਲੀਆਂ। ਹਾਂਜੀ ਅੱਛਾ ਕੋਈ ਮੁੰਡੇ ਆਏ ਸੀਗੇ? ਉਹ 2 ਜਾਣੇ ਸੀਗੇ। ਭੱਜ ਗਏ ਉਹ ਤਾਂ ਜਦੇ ਭੱਜ ਗਏ ਇਧਰੋਂ ਆ ਰਹੇ। ਜ਼ਖਮੀ ਇੱਕ ਦੇਖਿਆ ਹੱਥ ਤੇ ਗੋਲੀ ਲੱਗੀ, ਇੱਥੋਂ ਪਾ ਕੇ ਲੈ ਗਏ ਉਹਨੂੰ। ਤੇ ਕਿੰਨੇ ਵਜੇ ਦਾ ਟਾਈਮ ਸੀਗਾ? ਆ ਹੁਣੇ ਹੀ ਜੀ 15 ਕੁ ਮਿੰਟ। ਨਹੀਂ ਕਾਰ ਪ੍ਰਾਈਵੇਟ ਕਾਰ ਸੀਗੀ, ਇੱਥੋਂ ਲੈ ਕੇ ਪ੍ਰਾਈਵੇਟ। ਨਹੀਂ ਗੋਲੀਆਂ ਕਿੰਨੀਆਂ ਚੱਲੀਆਂ? 3 ਚੱਲੀਆਂ। ਤੇ ਜ਼ਖਮੀ ਹੋਇਆ ਕੋਈ? ਹਾਂ ਇੱਕ ਹੀ ਦੇਖਿਆ ਜੀ, ਲੜਾਈ ਝਗੜੇ ਦਾ ਨਹੀਂ ਪਤਾ ਬਾਈ। ਅਸੀਂ ਵੀ ਆਉਂਦੇ ਹੀ ਪਏ ਸੀਗੇ। ਪੁਲਿਸ ਵਾਲੇ ਬਾਅਦ ਚ ਆਏ ਕਿ ਨਹੀਂ ਮੌਕੇ ਤੇ ਆ ਗਏ ਸੀਗੇ। ਤਾਂ ਦੋ ਲੋਕ ਸੀ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। 2 ਲੋਕ ਸੀ, 3 ਗੋਲੀਆਂ ਚੱਲੀਆਂ ਨੇ। ਇੱਕ ਸ਼ਖਸ ਦੇ ਹੱਥ ਤੇ ਗੋਲੀ ਲੱਗੀ ਹੈ, ਜਿਵੇਂ ਇਹ ਆਈ ਵਿਟਨੈਸ ਦੱਸ ਰਿਹਾ ਸੀ। ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾਉਂਦੇ ਆ। ਬਿਲਕੁਲ ਮੌਕਾ ਕੀ ਹੈ, ਇਸ ਵੇਲੇ ਕੀ ਸਥਿਤੀਆਂ ਬਣੀਆਂ ਹੋਈਆਂ ਨੇ, ਸਿੱਧਾ ਚੱਲਦੇ ਹਾਂ। ਰੋਹਿਤ ਗੌਰ ਸਾਡੇ ਸਹਿਯੋਗੀ ਮੌਕੇ ਤੇ ਲਾਈਵ ਮੌਜੂਦ ਨੇ। ਰੋਹਿਤ ਸਭ ਤੋਂ ਪਹਿਲਾਂ ਮੌਕਾ ਸਮਝਣਾ ਚਾਹਾਂਗੇ, ਸਥਿਤੀ ਕੀ ਹੈ? ਹਾਲਾਂਕਿ ਬਹੁਤ ਹੀ ਜ਼ਿਆਦਾ ਇੱਥੇ ਤਣਾਅਪੂਰਨ ਮਾਹੌਲ ਹੈ, ਦਹਿਸ਼ਤ ਵਾਲਾ ਮਾਹੌਲ ਹੈ। ਰੋਹਿਤ ਬਿਲਕੁਲ ਗੁਰਜੋਤ, ਮੈਂ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਉਣਾ ਚਾਹੁੰਦਾ। ਕੋਰਟ ਕੰਪਲੈਕਸ ਦਾ ਇਹ ਬਿਲਡਿੰਗ ਤੋਂ ਦਿਖਾ ਰਿਹਾ, ਜਿੱਥੇ ਕੋਰਟ ਕੰਪਲੈਕਸ ਹੈਗਾ। ਔਰ ਇਸੀ ਕੋਰਟ ਕੰਪਲੈਕਸ ਦੇ ਬੈਕ ਸਾਈਡ ਇਹ ਇਲਾਕਾ ਜਿੱਥੇ ਗੋਲੀ ਚੱਲੀ ਹੈ, ਤੁਹਾਨੂੰ ਦਿਖਾ ਰਿਹਾ। ਇੱਥੇ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ। ਔਰ ਇਹ ਸ਼ਖਸ ਐਨਕ ਵਾਲੇ ਜਿਹੜੇ ਸੀਗੇ ਉਹ ਇੱਥੇ ਉਸ ਵੇਲੇ ਮੌਜੂਦ ਸੀ। ਸਰ ਹੋਇਆ ਕੀ ਸੀਗਾ ਇੱਥੇ? ਸਰ ਬਾਹਰ ਝਗੜਾ ਹੈ ਜੀ। ਅੱਛਾ ਇੱਥੇ ਨਹੀਂ ਆਪਾਂ ਬਾਹਰ ਝਗੜਾ ਹੁੰਦੇ ਬਾਹਰ ਫਾਇਰ ਹੋਇਆ ਜੀ। ਠੀਕ ਹੈ, ਕਿੰਨੇ ਫਾਇਰ ਹੋਏ ਨੇ? ਇਹ 2-3 ਫਾਇਰ ਹੋਏ, 3 ਫਾਇਰ ਹੀ ਹੋਏ। ਅੱਛਾ ਤੇ ਕਿੰਨੇ ਲੋਕ ਸੀਗੇ, ਕੁਝ ਆਈਡੀਆ? ਕੁਝ ਕਹਿ ਨਹੀਂ ਸਕਦਾ ਜੀ, ਗਰੁੱਪ ਸੀਗਾ ਸਾਨੂੰ ਤਾਂ ਕੁਝ ਇਸ ਆਪਣੀ ਦੁਕਾਨ ਤੇ। ਸਰ ਕਿੰਨੇ ਗਰੁੱਪ ਸੀਗੇ? ਗਰੁੱਪ ਜੀ ਦੋ ਗਰੁੱਪ ਸੀਗੇ ਆਪਸ ਵਿੱਚ। ਅੱਛਾ ਕਿਸ ਕਰਕੇ ਆਏ ਸੀ? ਕੁਝ ਗਵਾਹੀ ਕੋਈ ਦਾ? ਸਰ ਪਤਾ ਲੱਗਿਆ ਵੀ ਗਵਾਹੀ ਤੇ ਐਸੀ ਹੈ ਵੀ ਕੋਈ ਕੇਸ ਦੇ ਵਿੱਚ ਗਵਾਹੀ ਦੇਣੀ ਸੀ ਇਹਨਾਂ ਨੇ। ਉਹ ਜਿਹੜੇ ਅਕਿਊਜ਼ ਸਾਈਡ ਨੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ। ਠੀਕ ਹੈ, ਤੇ ਕੋਈ ਕੇਸ ਦਾ ਪਤਾ ਲੱਗ ਸਕਿਆ ਕਿਹੜਾ ਕੇਸ? ਨਹੀਂ ਕੇਸ ਦਾ ਨਹੀਂ ਪਤਾ ਲੱਗਾ। ਬਿਲਕੁਲ ਗੁਰਜੋਤ, ਤੁਸੀਂ ਦੇਖ ਸਕਦੇ ਹੋ ਕਿ ਅਫਰਾ ਤਫਰੀ ਦਾ ਮਾਹੌਲ ਹੈ। ਔਰ ਇੱਥੇ ਇਹ ਸਾਫ਼ ਤੌਰ ਤੇ ਉਹ ਕਿਹਾ ਜਾ ਰਿਹਾ ਹੈ ਕਿ ਕੁਝ 2 ਗੁੱਟ ਸੀਗੇ। 2 ਗੁੱਟਾਂ ਨੂੰ ਲੈ ਕੇ ਇਹ ਪਿਛਲਾ ਗੇਟ, ਜਿਸ ਗੇਟ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਇਹ ਗੇਟ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਇਹ ਗੇਟ ਖੋਲ੍ਹਿਆ ਗਿਆ ਵਾ। ਤੇ ਇੱਥੇ ਹੁਣ ਪੁਲਿਸ ਜਿਹੜੀ ਹੈਗੀ ਉਹ ਮੌਕੇ ਤੇ ਮੌਜੂਦ ਹੈਗੀ, ਤੁਸੀਂ ਦੇਖ ਸਕਦੇ ਹੋ। ਮੌਕੇ ਤੇ ਮੌਜੂਦ ਹੈਗੀ ਪੁਲਿਸ, ਔਰ ਪੁਲਿਸ ਸਾਰੀ ਜਾਂਚ ਕਰ ਰਹੀ ਹੈ। ਔਰ ਇਸ ਨੂੰ ਹੁਣ सील किया जा रहा है, इस एरिया में सील किया जा रहा है। मेरा मैडम है मैम प्लीज मैं कर रही हूं वीडियो है ना जस्ट आफ्टर दिस एक बार बाहर करके शुभम
मैम बिल्कुल ਤੁਸੀਂ ਦੇਖ ਸਕਦੇ ਹੋ ਮੈਮ ਹੋਇਆ मैं आपकी कितने लोग 2 मिनट देते बस बाहर आ जाए विल डू इट है ना विल डू इट थोड़ा आइडिया ਦੱਸੋ ਕਿੰਨੇ ਲੋਕ आई जस्ट गिव अ ब्रीफिंग आप पहले एरिया कॉर्डन तो बाहर आके घायल होए ने मैम कितने लोग घायल होए ने आ जाओ उधर आ जाओ ਰੋਹਿਤ ਜਿੰਨੀ ਦੇਰ ਦੇ ਵਿੱਚ ਪੁਲਿਸ ਮੁਲਾਜ਼ਮ ਜਾਣਕਾਰੀ ਦਿੰਦੇ ਨੇ ਜੇ ਤੁਸੀਂ मैम ਜੇ ਤੁਸੀਂ ਤਸਵੀਰਾਂ ਦਿਖਾ ਸਕੋ ਕਿ ਇਸ ਪਾਸੇ ਵੱਲ ਜਿਹੜਾ ਬਿਲਕੁਲ, ਪਿਛਲਾ ਤਸਵੀਰਾਂ ਗੇਟ ਅਸੀਂ ਹੈ ਦਿਖਾ ਜਿਵੇਂ ਰਹੇ ਤੁਸੀਂ ਹਾਂ, ਜਾਣਕਾਰੀ ਤਸਵੀਰਾਂ ਦੇ ਦਿਖਾ ਰਹੇ ਰਹੇ ਸੀ ਹਾਂ, ਕਿ ਤੁਸੀਂ ਪਿਛਲਾ ਦੇਖ ਸਕਦੇ ਗੇਟ ਹੋ ਹੈ ਕਿ ਜਿਹੜੇ ਕੋਈ ਸੀਸੀਟੀਵੀ ਇੱਥੇ ਮੌਜੂਦ ਹੈ ਕੀ ਕੁਝ ਆਸ-ਪਾਸ ਦੀਆਂ ਤਸਵੀਰਾਂ ਅਗਰ ਦਿਖਾ ਸਕੋ ਬਿਲਕੁਲ ਗੁਰਜੋਤ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਇਸ ਜਗ੍ਹਾ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਆ ਜਦਕਿ ਇਹ ਕੋਰਟ ਕੰਪਲੈਕਸ ਦਾ ਬੈਕ ਸਾਈਡ ਏਰੀਆ ਵਾ ਇਸ ਨੂੰ ਜਿਹੜਾ ਸਿਕਿਉਰਿਟੀ ਪਰਪਸ ਦੇ ਹਿਸਾਬ ਨਾਲ ਵੀ ਅਸੀਂ ਜੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਤੇ ਆਸੇ-ਪਾਸੇ ਕੈਮਰੇ ਲੱਗਣੇ ਸਭ ਤੋਂ ਜ਼ਿਆਦਾ ਜ਼ਰੂਰੀ ਮੰਨੇ ਜਾਂਦੇ ਨੇ ਸਾਡੇ ਨਾਲ ਆਫੀਸਰ ਹੈਗੇ ਨੇ ਉਹਨਾਂ ਨਾਲ ਸਰ ਕੀ ਮਤਲਬ ਦੱਸ ਸਕਦੇ ਹੋ ਕੀ ਹੋਇਆ ਕੀ ਹੈ ਸਰ ਕਿਸ ਤਰੀਕੇ ਨਾਲ ਹੋਇਆ ਸਰ ਥੋੜਾ ਆਈਡੀਆ ਕੋਈ ਵੀ ਪੁਲਿਸ ਆਫੀਸਰ ਕੁਝ ਵੀ ਦੱਸਣ ਤੋਂ ਕਤਰਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਕਿਤੇ ਨਾ ਕਿਤੇ ਇੱਕ ਕੋਤਾਹੀ ਵਰਤੀ ਗਈ ਹੈ ਕਿਉਂਕਿ ਪਿਛਲੇ ਵਾਰ ਜਦੋਂ ਇੱਥੇ ਬਲਾਸਟ ਹੋਇਆ ਸੀ ਤਾਂ ਉਸ ਤੋਂ ਬਾਅਦ ਸੁਰੱਖਿਆ ਦੇ ਕਾਫੀ ਇੰਤਜ਼ਾਮ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਖੋਲ ਦਿਖਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਇੱਕ ਖੋਲ ਹੈਗਾ ਵਾ ਜਿਹੜਾ ਕਿ ਦਿਖਾਇਆ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਖੋਲ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਜਿਹੜੇ ਖੋਲ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਗੋਲੀ ਦਾ ਖੋਲ ਇੱਥੇ ਮਿਲਿਆ ਵਾ ਉਹ ਖੋਲ ਦਿਖਾਇਆ ਜਾ ਰਿਹਾ ਵਾ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਫਸਰਾਂ ਵੱਲੋਂ ਫੋਰੈਂਸਿਕ ਜਿਹੜੀ ਹੈਗੀ ਹੈ ਟੀਮ ਉਹ ਇੱਥੇ ਪਹੁੰਚ ਚੁੱਕੀ ਹੈ तमाम ਜਿਹੜੇ ਪਹਿਲੂ ਹੈਗੇ ਨੇ ਉਹਨਾਂ ਨੂੰ ਹੁਣ ਜਾਂਚ ਕੀਤੀ ਜਾ ਰਹੀ ਹੈ ਹਰ ਪੱਖੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਦੀ ਕਿ ਪਤਾ ਲੱਗ ਸਕੇ ਕਿ ਇਹ ਸ਼ਖਸ ਕੌਣ ਸੀਗੇ ਕਿਵੇਂ ਸੀਗੇ ਔਰ ਕਿਉਂ ਆਏ ਸੀਗੇ ਤੁਸੀਂ ਦੇਖ ਸਕਦੇ ਆਲਾ ਅਧਿਕਾਰੀ ਜਿੰਨੇ ਵੀ ਹੈਗੇ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਔਰ ਕੋਰਟ ਕੰਪਲੈਕਸ ਦੇ ਬਿਲਕੁਲ ਬੈਕ ਸਾਈਡ ਇਹ ਏਰੀਆ ਹੈਗਾ ਵਾ ਐਗਜ਼ੈਕਟ ਕਿੰਨੇ ਜਣੇ ਜ਼ਖਮੀ ਹੋਏ ਨੇ ਕਿਉਂਕਿ ਜੋ ਆਈ ਵਿਟਨੈਸ ਸੀ ਜੋ ਚਸ਼ਮਦੀਦ ਹੈ ਉਹ ਦੱਸ ਰਿਹਾ ਹੈ ਕਿ ਇੱਕ ਦੇ ਹੱਥ ਤੇ ਗੋਲੀ ਲੱਗੀ ਔਰ ਇੱਕ ਨੂੰ ਲੈ ਕੇ ਗਏ ਨੇ ਯਾਨੀ ਕਿ ਇੱਕ ਜ਼ਿਆਦਾ ਗੰਭੀਰ ਜ਼ਖਮੀ ਹੋਇਆ ਦੂਜਾ ਜ਼ਖਮੀ ਹੋਇਆ ਰੋਹਿਤ ਤੂੰ ਦੇਖ ਸਕਦੇ ਮੀਡੀਆ ਨਾਲ ਹੁਣ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਪਿਆਰ ਨਾਲ ਵੀ ਕਹਿ ਰਹੇ ਸੀਗੇ ਫਿਰ ਆ ਕੇ ਆਪ नहीं मैम क्योंकि ਆਪਾਂ ਤੁਹਾਡੇ ਅੱਛਾ ਮੇਰੀ ਗੱਲ ਸੁਣੋ ਕਿਤੇ ਨਾ ਕਿਤੇ ਕਮੀ ਤਾਂ ਰਹੀ ਹੈ ਮੈਂ ਆਪ ਨੂੰ ਦੱਸ ਰਹੀ ਹਾਂ ਇਹ ਚੀਜ਼ ਤਾਂ ਹੈ ਕਿਤੇ ਨਾ ਕਿਤੇ काइंडली सिक्योरिटी लैब देखो कोई है। या तो ਤੁਸੀਂ ਇਧਰ ਬਾਤ ਕਰ ਲਓ ਜਾਂ ਉਧਰ ਕਰ ਲਓ ਨਹੀਂ ਹੈ ਨਾ ਕੋਈ ਗੱਲ ਨਹੀਂ मैम ਇੱਥੇ ਤੁਸੀਂ ਲਗਵਾ ਦਿਓ ਉਹ ਬੰਦਾ ਆਪਣੀ ਡਿਊਟੀ ਕਰ ਰਿਹਾ ਹੈ ਨਾ ਨਹੀਂ ਮੈਮ ਉਧਰ ਮੈਮ ਉਹ ਕਹਿੰਦੇ ਕਿ ਉਹ ਕਹਿੰਦੇ ਤੁਸੀਂ ਗੁਰਜੋਤ ਬਿਲਕੁਲ ਦੇਖ ਸਕਦੇ ਹੋ ਸਾਫ਼ ਤੌਰ ਦੇ ਉੱਤੇ ਕਿ ਪੁਲਿਸ ਹੁਣ ਕਿਤੇ ਨਾ ਕਿਤੇ ਮੀਡੀਆ ਕਰਮੀਆਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ ਔਰ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਾਂਚ ਕਿਹੋ ਜੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਜੇ ਅਗਰ ਸਿਕਿਉਰਿਟੀ ਲੈਪਸ ਨਾ ਹੁੰਦਾ ਤਾਂ ਇਹ ਵਾਕਿਆ ਹੀ ਨਹੀਂ ਹੁੰਦਾ ਕਿਤੇ ਨਾ ਕਿਤੇ ਹੁਣ ਪੁਲਿਸ ਆਪਣੀ ਸਿਕਿਉਰਿਟੀ ਜਿਹੜੀ ਹੈਗੀ ਹੈ ਲੈਪਸ ਨੂੰ ਲੈ ਕੇ ਹੁਣ ਆਪਣੀ ਜਿਹੜੀ ਗਲਤੀ ਹੈ ਉਸ ਨੂੰ ਛੁਪਾਉਣ ਦੀ ਗੱਲ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਦੇ ਉੱਤੇ ਫੋਰੈਂਸਿਕ ਵਾਲੇ ਇੱਥੇ ਆਏ ਹੋਏ ਨੇ ਔਰ ਇਸ ਜਗ੍ਹਾ ਨੂੰ ਦੇਖਿਆ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਗੋਲੀ ਜਿਹੜੀ ਇੱਥੇ ਖੋਲ ਮਿਲੇ ਨੇ ਉਹ ਖੋਲ ਨੂੰ ਪਲੀਜ਼ ਰਿਕੁਐਸਟ ਹੈ ਸਰ ਹੁਣ ਇਸ ਮੌਕੇ ਦੇ ਉੱਤੇ ਕਿਤੇ ਨਾ ਕਿਤੇ ਮੀਡੀਆ ਨੂੰ ਦੂਰ ਕੀਤਾ ਜਾ ਰਿਹਾ ਹੈ ਠੀਕ ਹੈ ਰੋਹਿਤ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਕਿਉਂਕਿ ਸਟੇਟਮੈਂਟ ਪੁਲਿਸ ਥੋੜੀ ਦੇਰ ਬਾਅਦ ਦੇਏਗੀ ਮੌਕਾ ਜਿਹੜਾ ਅਜੇ ਸਮਝਿਆ ਜਾ ਰਿਹਾ ਦੇਖਿਆ ਜਾ ਰਿਹਾ ਜਾਂਚ ਕਰ ਰਹੇ ਨੇ ਮੌਕੇ ਤੇ ਜਿਹੜੇ ਖੋਲ ਨੇ ਉਹ ਦੇਖੇ ਜਾ ਰਹੇ ਨੇ ਹੋਇਆ ਕੀ ਹੈ ਵਾਪਰਿਆ ਕੀ ਹੈ ਇੱਕਦਮ ਤੋਂ ਸਵਾਲ ਬਹੁਤ ਸਾਰੇ ਨੇ ਪਰ ਫਿਲਹਾਲ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਕਿ ਕੁਝ ਇੱਥੇ ਜਾਂਚ ਕੀਤੀ ਜਾ ਰਹੀ ਹੈ ਅਫਸਰਾਂ ਦੇ ਵੱਲੋਂ ਰੋਹਿਤ ਬਿਲਕੁਲ ਗੁਰਜੋਤ ਹੁਣ ਮੈਂ ਤੁਹਾਨੂੰ ਪੂਰਾ ਵਾਕਿਆ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਗੁਰਜੋਤ ਸੁਣ ਸਕਦੇ ਹੋ ਤੁਸੀਂ ਮੈਨੂੰ ਜੀ ਗੁਰਜੋਤ ਜੀ ਬਿਲकुल ਗੁਰਜੋਤ ਮੈਂ ਤੁਹਾਨੂੰ ਪੂਰਾ ਵਾਕਿਆ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਾਣਕਾਰੀ ਦਿਓ ਜੀ ਇਹ ਲੁਧਿਆਣਾ ਬਿਲਕੁਲ ਲੁਧਿਆਣਾ ਕੋਰਟ ਕੰਪਲੈਕਸ ਹੈ ਇਹ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਬਿਲਕੁਲ ਬੈਕ ਸਾਈਡ ਇੱਕ ਛੋਟਾ ਜਿਹਾ ਰਸਤਾ ਜਿਸ ਰਸਤੇ ਦੇ ਜ਼ਰੀਏ ਦੋ ਗੁੱਟ ਜਿਹੜੇ ਨੇ ਐਂਟਰ ਹੁੰਦੇ ਨੇ ਔਰ ਕਿਸੇ ਤਰੀਕੇ ਦੀ ਵੀ ਇੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਹੈਗੇ ਆ ਔਰ ਉਸ ਗੁੱਟ ਦੀ ਜਿਹੜੀ ਗਵਾਹੀ ਸੀਗੀ ਕਿਸੇ ਨਾ ਕਿਸੇ ਕੇਸ ਦੇ ਮਾਮਲੇ 'ਚ ਇੱਥੇ ਗੁੱਟ ਜਿਹੜੇ ਨੇ ਇੱਥੇ ਪਹੁੰਚਦੇ ਨੇ ਔਰ ਗਵਾਹੀ ਨਾ ਹੋ ਸਕੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਗੁੱਟ ਆਪਸ 'ਚ ਭਿੜ ਜਾਂਦੇ ਨੇ ਤੁਹਾਨੂੰ ਅਸੀਂ ਤਸਵੀਰਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਦਿਖਾਵਾਂਗੇ ਕਿ ਛੋਟਾ ਜਿਹਾ ਰਸਤਾ ਤੁਸੀਂ ਦੇਖ ਸਕਦੇ ਜਿੱਥੇ ਸਰਕਾਰੀ
ਤੁਹਾਨੂੰ ਦਿਖਾਣਾ ਚਾਹੂੰਗਾ ਮੈਂ ਕਿ ਜਿੱਥੇ ਲਿਖਿਆ ਹੈਗਾ ਸਰਕਾਰੀ ਸਸਤੀ ਦਵਾਈਆਂ, ਉਸ ਦੇ ਬਿਲਕੁਲ ਨੀਚੇ ਜਿਹੜਾ ਵਾ ਇੱਕ ਛੋਟਾ ਜਿਹਾ ਰਸਤਾ ਤੁਹਾਨੂੰ ਦਿਖਾਣਾ ਚਾਹੂੰਗਾ ਬਿਲकुल। और इसी ਰਸਤੇ ਤੋਂ ਉਹ ਦੋ ਗੁੱਟ ਕੋਰਟ ਕੰਪਲੈਕਸ ਦੇ ਵਿੱਚ ਐਂਟਰ ਹੁੰਦੇ ਨੇ ਔਰ ਐਂਟਰ ਹੋਣ ਤੋਂ ਬਾਅਦ ਗਵਾਹੀ ਦੇਣ ਵਾਸਤੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਉੱਤੇ ਆਪਸ ਦੇ ਵਿੱਚ ਉਹ ਭਿੜਦੇ ਨੇ। ਭਿੜਦੇ ਬਹਿਸ ਕਰਦੇ ਇसी ਗੇਟ ਤੋਂ ਉਹ ਕੋਰਟ ਕੰਪਲੈਕਸ ਦੇ ਬਾਹਰ ਇਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਔਰ ਇਸ ਜਗ੍ਹਾ ਤੇ ਪਹੁੰਚਣ ਤੋਂ ਬਾਅਦ ਆਪਸ 'ਚ ਉਹਨਾਂ ਦੀ ਬਹਿਸ ਹੁੰਦੀ ਹੈ। ਔਰ ਦੋਨੋਂ ਗੁੱਟਾਂ ਦੇ ਵਿੱਚੋਂ ਤੇਜ਼ਦਾਰ ਹਥਿਆਰ ਹੁੰਦੇ ਨੇ ਔਰ ਕਿਤੇ ਨਾ ਕਿਤੇ ਰਿਵੋਲਵਰ ਹੁੰਦੇ ਨੇ। ਜਿਸ ਰਿਵੋਲਵਰ ਦੇ ਜ਼ਰੀਏ ਗੋਲੀ ਚਲਾਈ ਗਈ ਹੈ ਉਸ ਚੀਜ਼ ਨੂੰ ਲੈ ਕੇ ਹੁਣ ਪੁਲਿਸ ਜਾਂਚ 'ਚ ਜੁਟੀ ਹੋਈ ਹੈ। ਔਰ ਕਿਸ ਕੇਸ ਦੇ ਵਿੱਚ ਇੱਥੇ ਆਏ ਸੀਗੇ, ਕਿਸ ਕੇਸ ਦੇ ਵਿੱਚ ਇਹਨਾਂ ਦੀ ਗਵਾਹੀ ਸੀਗੀ, ਕਿਹੜਾ ਕੇਸ ਸੀਗਾ ਔਰ ਕਿਹੜੇ ਗੁੱਟ ਸੀਗੇ, ਕਿੱਥੋਂ ਇਹ ਇੱਥੇ ਪਹੁੰਚੇ ਸੀ, ਇਸ ਚੀਜ਼ ਨੂੰ ਲੈ ਕੇ तमाम ਜਿਹੜੇ ਪਹਿਲੂ ਹੈਗੇ ਨੇ ਹੁਣ ਪੁਲਿਸ ਜਾਂਚ ਕਰ ਰਹੀ ਹੈ। ਔਰ ਪੁਲਿਸ ਦੀ ਕਿਤੇ ਨਾ ਕਿਤੇ ਇੱਕ ਇਹ ਕੁਤਾਹੀ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਆਸਾਨ ਸ਼ਬਦਾਂ ਦੇ ਵਿੱਚ, ਕਿਉਂਕਿ ਕੋਰਟ ਕੰਪਲੈਕਸ ਦੇ ਵਿੱਚ ਪਿਛਲੇ ਸਾਲ ਜਦੋਂ ਇੱਕ ਬੰਬ ਬਲਾਸਟ ਹੁੰਦਾ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇਸ ਦੀ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। ਜੇਕਰ ਕੜੀ ਕਰ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਅਗਰ ਇੱਥੇ ਲੋਕ ਕਿਵੇਂ ਪਹੁੰਚਦੇ ਨੇ, ਕਿਵੇਂ ਹਥਿਆਰ ਲੈ ਕੇ ਆਉਂਦੇ ਨੇ, ਕਿਵੇਂ ਇੱਥੇ ਗੋਲੀਆਂ ਚੱਲਦੀਆਂ ਨੇ, ਇਹ ਇੱਕ ਵੱਡਾ ਸਵਾਲ ਹੈਗਾ ਵਾ। ਪਰ ਉਸ ਦੇ ਨਾਲ ਕਿਤੇ ਨਾ ਕਿਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਖੋਲ ਮਿਲੇ ਨੇ ਉਹ ਖੋਲ ਕਿਸ ਰਿਵੋਲਵਰ ਦੇ ਨੇ, ਕਿੰਨੇ ਬੋਰ ਦੀ ਉਹ ਪਿਸਤੌਲ ਸੀ ਜਾਂ ਰਿਵੋਲਵਰ ਸੀ ਜਾਂ ਕਿਸ ਤਰੀਕੇ ਦੀ ਸੀ, ਉਸ ਨੂੰ ਜਾਂਚ ਕੀਤੀ ਜਾ ਰਹੀ ਹੈ। ਔਰ ਇਸ ਦੇ ਨਾਲ ਜਿਹੜਾ ਸ਼ਖਸ ਘਾਇਲ ਹੋਇਆ ਵਾ ਉਸ ਨੂੰ ਵੀ ਪੁੱਛਤਾਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੇ ਪੈਰ ਦੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਪੈਰ ਤੇ ਗੋਲੀ ਲੱਗੀ ਹੈ ਤੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਉਸ ਨੂੰ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਵਾ। ਤਾਂ ਉਸ ਤੋਂ ਵੀ ਪੁੱਛਤਾਛ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਕੇਸ ਦੇ ਵਿੱਚ ਇੱਥੇ ਪਹੁੰਚਿਆ ਸੀਗਾ ਔਰ ਕਿਹੜੇ ਕੇਸ ਦੇ ਵਿੱਚ ਪਹੁੰਚਣ ਤੋਂ ਬਾਅਦ ਜੀ ਉਸਨੇ ਕਿਹੜੇ ਕਿ ਮਾਮਲੇ ਦੇ ਵਿੱਚ ਆਪਸ ਚ ਬਹਿਸ ਹੋਈ ਹੈ, ਕਿਹੜੀ ਗਵਾਹੀ ਦੇਣੀ ਸੀ ਉਹਨਾਂ ਨੇ, ਕਿਹੜੀ ਐਸੀ ਗਵਾਹੀ ਅਹਿਮ ਗਵਾਹੀ ਸੀ ਜਿਸ ਨੂੰ ਲੈ ਕੇ ਇਹ ਆਪਸ ਚ ਭਿੜੇ ਨੇ। ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਮਾਮਲਾ ਕੀ ਹੈ, ਇਹ ਲੋਕ ਕੌਣ ਨੇ, ਕਿੰਨਾਂ ਦੇ ਵਿੱਚ ਲੜਾਈ ਹੋਈ ਹੈ, ਪੂਰਾ ਮਾਮਲਾ ਕੀ ਹੈ, ਕੀ ਇਹ ਗੈਂਗ ਵਾਰ ਹੈ, ਕਿਸ ਤਰੀਕੇ ਦੇ ਲੋਕ ਇਸ ਮਾਮਲੇ 'ਚ ਸ਼ਾਮਿਲ ਨੇ, ਕਿੰਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ, ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਕਿਉਂਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਇਹ ਆਈ ਵਿਟਨੈਸ ਵੀ ਆਪਣੇ ਬਿਆਨ ਦੇ ਵਿੱਚ ਦੱਸ ਰਿਹਾ ਸੀ। ਲੁਧਿਆਣਾ ਕੋਰਟ ਦੀਆਂ ਲਾਈਵ ਤਸਵੀਰਾਂ ਵੀ ਇਸ ਵੇਲੇ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ 'ਚ ਹੁਣ ਪੁਲਿਸ ਮੁਲਾਜ਼ਮ ਪਹੁੰਚੇ ਨੇ, ਫੋਰੈਂਸਿਕ ਦੀਆਂ ਟੀਮਾਂ ਪਹੁੰਚੀਆਂ ਨੇ, ਜਾਂਚ ਹੋ ਰਹੀ ਹੈ। ਬਿਲਕੁਲ। ਔਰ ਘਟਨਾ ਵਾਲੀ ਥਾਂ ਤੇ ਇਹ ਵੀ ਦੱਸ ਦਈਏ ਕਿ ਸਭ ਤੋਂ ਪਹਿਲਾਂ ਨਿਊਜ਼ 18 ਪਹੁੰਚਿਆ ਹੈ। ਨਿਊਜ਼ 18 ਪੰਜਾਬ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ। ਇਸ ਕਿਸਮ ਦੇ ਨਾਲ ਇੱਥੇ ਇਸ ਵੇਲੇ ਅਫਰਾ ਤਫਰੀ ਦਾ ਮਾਹੌਲ ਹੈ। ਪੁਲਿਸ ਪਹੁੰਚ ਗਈ ਹੈ, ਫੋਰੈਂਸਿਕ ਟੀਮ ਪਹੁੰਚ ਗਈ ਹੈ ਤਾਂ ਕਿ ਮੌਕਾ ਵੇਖ ਕੇ ਜੋ ਵੀ ਸਬੂਤ ਨੇ ਉਹਨਾਂ ਨੂੰ ਜੁਟਾਇਆ ਜਾਵੇ ਔਰ ਫਿਰ ਉਸ ਤੋਂ ਬਾਅਦ ਸਾਰਾ ਇਸ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਕਿਸ ਕਿਸਮ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਪਰ ਹੁਣ ਤੱਕ ਜੋ ਜਾਣਕਾਰੀ ਹੈ ਉਸੇ ਦਰਸ਼ਕਾਂ ਤੱਕ ਜ਼ਰੂਰ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਦੇ ਪਿੱਛੇ ਵਾਲੀ ਥਾਂ ਯਾਨੀ ਕਿ ਬੈਕ ਸਾਈਡ ਤੇ ਇਹ ਭੀੜਾ ਰਸਤਾ ਹੈ ਜੋ ਸਾਡੇ ਸਹਿਯੋਗੀ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ ਕਿ ਬਹੁਤ ਛੋਟਾ ਇਹ ਭੀੜਾ ਰਸਤਾ ਹੈ ਜਿੱਥੇ ਇਹ ਜਾ ਰਹੇ ਸਨ ਔਰ ਇਹ ਜਾਣਕਾਰੀ ਕਿ ਉਹ ਲੜ ਰਹੇ ਸੀ ਔਰ ਲੜਦੇ ਇੱਥੇ ਉਹ ਪਹੁੰਚੇ ਨੇ। ਤੇਜ਼ਧਾਰ ਹਥਿਆਰ ਸਨ ਉਹਨਾਂ ਦੇ ਕੋਲ ਔਰ ਉਸ ਤੋਂ ਬਾਅਦ ਇਹ ਜਿਹੜੀ ਹੈ ਗੋਲੀਆਂ ਵੀ ਚੱਲੀਆਂ ਨੇ। ਪਰ ਜੋ ਚਸ਼ਮਦੀਦ ਦੱਸ ਰਹੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੈ ਕਿ ਦੋ ਜਣੇ ਆਉਂਦੇ ਨੇ ਔਰ ਦੂਰੋਂ ਜਿਹੜੀ ਹੈ ਉਹ ਗੋਲੀਆਂ ਵਰਾ ਕੇ ਉਹ ਦੋਨੋਂ ਫਰਾਰ ਹੋ ਜਾਂਦੇ ਨੇ। ਯਾਨੀ ਕਿ ਉਸ ਸਮੇਂ ਉਹਨਾਂ ਦੇ ਵੱਲੋਂ 3 ਗੋਲੀਆਂ ਚਲਾਈਆਂ ਜਾਂਦੀਆਂ ਨੇ। ਇੱਕ ਦੇ ਹੱਥ ਤੇ ਗੋਲੀ ਲੱਗੀ ਹੈ ਔਰ ਇੱਕ ਕਾਫੀ ਜ਼ਿਆਦਾ ਜ਼ਖਮੀ ਹੋਇਆ ਜਿਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ। ਤਾਂ ਫਿਲਹਾਲ ਇਹ ਮੁੱਢਲੀ ਜਾਣਕਾਰੀ ਹੈ, ਹਾਲਾਂਕਿ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੂਰਾ ਤਫਤੀਸ਼ ਦੇ ਵਿੱਚ ਜਿਹੜੇ ਆਫੀਸਰ ਮੌਕੇ ਤੇ ਮੌਜੂਦ ਨੇ ਉਹ ਸਟੇਟਮੈਂਟ ਥੋੜੀ ਦੇਰ ਦੇ ਵਿੱਚ ਦੇਣਗੇ, ਦੱਸਣਗੇ ਕਿ ਆਖਿਰਕਾਰ ਸਾਰਾ ਕੁਝ ਹੋਇਆ ਕੀ ਹੈ। ਪਰ ਫਿਲਹਾਲ ਜੋ ਮੁੱਢਲੀ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਤਾਂ ਉਹ ਅਸੀਂ ਦੱਸ ਰਹੇ ਹਾਂ ਔਰ ਤਸਵੀਰਾਂ ਵੀ ਸਿੱਧੀਆਂ ਦਿਖਾ ਰਹੇ ਕਿਸ ਕਿਸਮ ਦੇ ਨਾਲ ਲੁਧਿਆਣਾ ਕੋਰਟ ਕੰਪਲੈਕਸ ਦੀਆਂ ਇਹ ਤਸਵੀਰਾਂ ਨੇ ਲਾਈਵ। ਹਾਲਾਂਕਿ ਸੁਰੱਖਿਆ ਦਸਤੇ ਵੀ ਪਹੁੰਚ ਗਏ ਨੇ, ਟੀਮਾਂ ਪਹੁੰਚ ਗਈਆਂ ਨੇ ਮੌਕੇ ਤੇ। ਬਿਲਕੁਲ ਤਾਂ ਲਾਈਵ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ। ਰੋਹਿਤ ਗੌੜ ਸਾਡੇ ਸਹਿਯੋਗੀ ਲਗਾਤਾਰ ਜਾਣਕਾਰੀ ਦੇ ਰਹੇ ਨੇ ਲਾਈਵ ਤਸਵੀਰਾਂ ਕੋਰਟ ਕੰਪਲੈਕਸ ਦੀਆਂ। ਵੱਡਾ ਸਵਾਲ ਆਪਣੇ ਆਪ ਦੇ ਵਿੱਚ ਇਹ ਬਣਿਆ ਹੋਇਆ ਹੈ ਕਿ ਜਿਸ ਕੋਰਟ ਕੰਪਲੈਕਸ 'ਚ ਬੰਬ ਧਮਾਕਾ ਹੋ ਚੁੱਕਿਆ ਹੋਵੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਿਉਂ ਨਹੀਂ? ਰੋਹਿਤ ਕੀ ਕੁਝ ਅਪਡੇਟ ਹੈ ਹੋਰ ਤੁਹਾਡੇ ਕੋਲ? ਕੋਰਟ ਦੇ ਪਿਛਲਾ ਗੇਟ ਹੈ ਉਸ ਤੋਂ ਬਾਹਰ ਵਾਲੀ ਜਿਹੜੀ ਰੋਡ ਹੈ ਉੱਥੇ ਇਹ ਖਬਰ ਆਈ ਸੀ ਕਿ ਫਾਇਰਿੰਗ ਹੋਈ ਹੈ। ਹੁਣੇ ਪੁਲਿਸ ਇੱਥੇ ਮੌਜੂਦ ਹੈ, ਤੁਸੀਂ ਖੁਦ ਵੀ ਇੱਥੇ ਹੀ ਹੋ, ਉਹ ਦੇਖ ਰਹੇ ਹੋ ਜੀ। ਤੇ ਮੈਮ ਜਿਨ੍ਹਾਂ ਵੱਲੋਂ ਫਾਇਰ ਕੀਤੇ ਗਏ ਉਹ ਕੌਣ ਲੋਕ ਸੀਗੇ, ਕਿਸੇ ਗੈਂਗ ਨਾਲ ਸੰਬੰਧਿਤ ਹੈ? ਜਿਹੜੀ
ਜੀ ਜੀ ਜਿਹੜੀ ਪ੍ਰਾਈਮਾ ਫੇਰੀ ਸਾਨੂੰ ਪਤਾ ਚਲਾ ਹੈ ਉਹ ਇੱਥੇ ਗਵਾਹੀ ਦੇਣ ਵਾਸਤੇ ਆਏ ਸੀਗੇ ਹੈ ਨਾ। ਮਾਡਲ ਟਾਊਨ ਥਾਣੇ ਮੇ 2020 ਦਾ ਇੱਕ ਪਰਚਾ ਸੀਗਾ, ਉਸ ਤੇ ਹੀ ਉਹ ਉਥੇ ਕੰਪਲੇਨੈਂਟ ਤੇ ਮੁੱਦਈ ਸੀਗੇ। ਹੁਣ ਤੱਕ ਇਹੀ सूचना सामने आई है, उसमें से 2 बंदे राउंड ऑफ है, ਜਿਹੜੇ ਬੰਦੇ ਇੰਜਰਡ ਹੋਏ ਉਹਨਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ। ਫਾਇਰ ਹੋਏ ਕਿੰਨੇ ये अभी आप पता कर रहे हैं, तुसी देख रहे हो साडी टीम भी इत्थे आ चुकी, फॉरेंसिक टीम भी मौजूद है। अभी जो सुनने में आया 2 से 3 राउंड फायर हुए। वी आर चेकिंग ऑल दी अदर। नहीं जी बिल्कुल नहीं, अभी तो ये कोई भी बात सामने नहीं आई। जैसा मैंने तुहानू कहा मैम क्रॉस फायरिंग हुई है मैम। हाँ, जैसे मैंने तुहानू कहा कि मॉडल टाउन में 2020 ਦਾ ਇੱਕ ਪਰਚਾ ਸੀਗਾ है ना, उसके ही ये कंप्लेनेंट ਤੇ ਉਸਦੇ ਹੀ ਅਕਿਊਜ਼ ਸੀਗੇ, ਉਹਨਾਂ ਦੇ बीच में ही कोई टसल हुई है। उस तो बाद कोर्ट ਦੇ ਬਾਹਰ ਵਾਲੀ रोड 'ਚ फायरिंग हुई है। ये गैंग वॉर या कुछ ऐसी कोई भी सूचना नहीं है। ਤੇ ਕਾਈਂਡਲੀ है ना जो ਜਿਹੜਾ ਕੇਸ ਹੈ ਉਹ ਤੁਹਾਨੂੰ ਦੱਸ ਰਹੀ ਹਾਂ। ਮੈਮ ਉਹ ਵੀ ਗੋਲੀਆਂ ਚੱਲਣ ਦਾ ਪਰਚਾ ਸੀਗਾ ਜਿਹੜਾ ਪਹਿਲਾਂ ਹੋਇਆ? नहीं जी 452 ਚ ਪਰਚਾ ਸੀਗਾ ਜੀ, 452 आईपीसी में पर्चा सीगा। ऐसा कोई गैंग वॉर या कोई भी ऐसी कुछ नहीं थी उसमें। ਤੇ ਮੈਮ ਦੋਨਾਂ ਦੇ ਗੋਲੀਆਂ ਲੱਗੀਆਂ ਕਿੱਥੇ ਹੈ ਮੈਮ? ਇੱਕ ਤੇ ਤਾਂ ਹੱਥ ਤੇ ਲੱਗੀ, ਦੂਜੇ ਬੰਦੇ ਦੇ ਕਿੱਥੇ ਲੱਗੀ? देखिए जहाँ पे जब पुलिस आई है तो सानू यही पता चलिया है कि उन्होंने ਦੇ ਹੀ ਜਿਹੜੇ ਬੰਦੇ ਸੀਗੇ ਉਹ ਹਸਪਤਾਲ ਲੈ ਕੇ ਗਏ ਹੈ। ਉੱਥੇ ਵੀ ਸਾਡੀ ਇੱਕ ਟੀਮ ਗਈ ਹੈ, ਸਾਡੀ ਟੀਮ ਬਾਕੀ ਵੀ ਵੈਰੀਫਿਕੇਸ਼ਨ ਕਰ ਰਹੀ ਹੈ। ਹੁਣੇ ਆਪਾਂ ਸਪੌਟ 'ਚ ਵੀ ਮੌਜੂਦ ਹੈ ਤੇ ਉਹ ਸਾਰੀ ਵੈਰੀਫਿਕੇਸ਼ਨ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਪਾएंगे। ਮੈਮ ਕਿਤੇ ਨਾ ਕਿਤੇ ਜੇ ਪੁਲਿਸ ਦੇਖੀਏ ਕਿ ਕਚਹਿਰੀ ਦੀ ਬੈਕ ਸਾਈਡ ਸੀਪੀ ਆਫਿਸ ਵੀ ਉੱਥੇ ਹੈ, ਡੀਸੀ ਆਫਿਸ ਵੀ ਉੱਥੇ ਹੈ, ਤੇ ਕਿਵੇਂ ਇਹ ਕੁਤਾਹੀ ਵਰਤੀ ਗਈ ਤੇ ਕਿਤੇ नहीं जी देखिए ये तो तुसी जहाँ खड़े हो तुसी खुद ही देख रहे हो कि ये रोड है ना, कोर्ट के पीछे वाली रोड है। कोर्ट के अंदर सारी हमारी जेडी भी सिक्योरिटी थी, वो प्रबंधा वो इंतजाम भी सीगे, सारा कुछ सीगा। ये तो कोर्ट के बाहर चली है ते बाहर वाली रोड से चली है। फिर भी आप देख रहे किस तरह से आप इसको और मजबूत कर सकते हैं। मैं सारे रास्ते बंद कर दिते गए सीगे प्रॉपर। सर जी वो कोर्ट के अंदर बॉम्ब ब्लास्ट होया सी, हुण तो तुसी रोड ते बाहर ही खड़े हो, आप कोर्ट के प्रमाइसेस दे बाहर खड़े हैं, ਉਹੀ ਤੁਹਾਨੂੰ ਦੱਸ ਰਹੇ ਹੈ। ਨਹੀਂ ਸਰ ਜੀ ਦੇਖੋ ਇਹ ਅਗਰ ਰਸਤਾ ਹੀ ਨਹੀਂ ਖੁੱਲਾ ਹੁੰਦਾ ਤਾਂ ਮੀਡੀਆ ਇੱਥੇ ਕਿੱਦਾਂ ਖੜੀ ਰਹਿੰਦੀ? ਇਹ ਤੇ ਆਨੇ ਜਾਣੇ ਦਾ ਰਸਤਾ ਹੈ। ਬੰਦੋ ਦੀ ਆਪਾਂ ਉਹ ਨਹੀਂ ਕਰਦੇ, ਇਹ ਰਸਤਾ ਖੁੱਲਾ ਹੋਇਆ ਸੀਗਾ। ਉਹ ਬੰਦੇ ਕੋਰਟ ਜਾ ਰਹੇ ਸੀਗੇ, ਕੋਰਟ ਤੋਂ ਬਾਹਰ ਸੀਗੇ। ਮੈਮ ਕਹਿੰਦੇ ਲੜਾਈ ਹੋਈ ਸੀਗੀ, ਉਸ ਤੋਂ ਬਾਅਦ ਗੋਲੀ ਚੱਲੀ ਹੈ ਕਿ ਮਤਲਬ 15 ਤੋਂ 20 ਮਿੰਟ ਲੱਗੇ ਹੋਣੇ ਇੱਥੇ ਲੜ ਝਗੜ ਰਹੇ ਸੀਗੇ। ਉਸ ਤੋਂ ਬਾਅਦ देखिए ये अनुमान आप नहीं लगा सकते कि 15 तो 20 मिनट लड़ झगड़ रहे सीगे या 2 मिनट लड़ झगड़ रहे सीगे। वो साडे सामने हुण तक ये सूचना नहीं आई है। फिर भी जेडे बंदे इंजर्ड है जिन्हां दे साथ पूछगिछ चल रही है, उस तो कंप्लीट होने तो बाद तुहानू आपां पूरी इन्फॉर्मेशन देंगे। 2 ਬੰਦੇ ਅਰੈਸਟ ਕੀਤੇ ਗਏ। हाँ जी अभी हमने राउंड ऑफ किते, उन्हां नू डिटेन कर रखा है। वी विल वेरीफाई एंड गेट बैक टू यू। थैंक यू। ਇਹ 2 ਬੰਦਿਆਂ ਨੂੰ ਜਿਹੜਾ ਕੀ ਹੈ ਅਰੈਸਟ ਹੈ ਉਹ ਜਿਹੜਾ ਕੀਤਾ ਗਿਆ ਕਿ ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ। 2 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ। ਕੋਰਟ ਕੰਪਲੈਕਸ ਦੇ ਬਾਹਰ ਇਹ ਘਟਨਾ ਵਾਪਰੀ ਹੈ ਜਿੱਥੇ ਗੋਲੀਆਂ ਚੱਲੀਆਂ ਨੇ। ਇਹ ਵੀ ਪੁਲਿਸ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਇਹ ਗੈਂਗ ਵਾਰ ਦਾ ਮਾਮਲਾ ਨਹੀਂ ਹੈ, ਗੈਂਗ ਵਾਰ ਦਾ ਮਾਮਲਾ ਨਹੀਂ ਹੈ। ਇੱਕ 2020 ਦਾ ਕੇਸ ਹੈ ਜਿਸ ਮਾਮਲੇ ਦੇ ਵਿੱਚ ਗਵਾਹੀ ਦੇਣ ਦੇ ਲਈ ਪਹੁੰਚੇ ਸੀ ਤੇ ਉਸ ਮਾਮਲੇ 'ਚ ਫਾਇਰਿੰਗ ਕੀਤੀ ਗਈ ਹੈ। ਤਾਂ ਬਿਲਕੁਲ ਆਫੀਸਰ ਇਹ ਵੀ ਕਹਿ ਰਹੇ ਨੇ ਕਿਸੇ ਕਿਸਮ ਦਾ ਕੋਈ ਅਨੁਮਾਨ ਇੱਥੇ ਨਾ ਲਗਾਇਆ ਜਾਵੇ। ਅਜੇ ਤੱਕ ਜੋ ਜਾਣਕਾਰੀ ਹੈ ਤਾਂ ਇਹ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਕਿ ਇੱਕ ਤਾਂ ਇਹ 2020 ਦਾ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਗਵਾਹ ਆਇਆ ਸੀ ਔਰ ਉਸ ਤੇ ਫਿਰ ਜਿਹੜੀਆਂ ਨੇ ਉਹ ਗੋਲੀਆਂ ਚੱਲੀਆਂ ਨੇ। 3 ਰਾਉਂਡ ਫਾਇਰ ਹੋਏ ਨੇ ਉਹਨਾਂ ਨੇ ਦੱਸਿਆ ਹੈ ਔਰ ਬਾਕੀ ਜੋ ਮਸਲਾ ਹੈ ਗੈਂਗਵਾਰ ਦੇ ਨਾਲ ਕੋਈ ਸੰਬੰਧਿਤ ਨਹੀਂ ਹੈ, ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ। ਔਰ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ। ਹਾਂ ਕੁਝ ਲੋਕ ਜ਼ਖਮੀ ਹੋਏ, ਇੱਕ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਦੇ ਹੀ ਪਰਿਵਾਰਕ ਮੈਂਬਰ ਜਿਹੜੇ ਨਾਲ ਸੀਗੇ ਉਹੀ ਹਸਪਤਾਲ ਲੈ ਗਏ ਉਸੇ ਮੌਕੇ ਤੇ, ਯਾਨੀ ਕਿ ਉਸ ਸਮੇਂ ਤੱਕ ਪੁਲਿਸ ਜਿਹੜੀ ਹੈ ਉਹ ਆ ਰਹੀ ਸੀ। ਪਰ ਜਿਵੇਂ ਹੀ ਉਹ ਜ਼ਖਮੀ ਹੋਏ ਤਾਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਉੱਥੇ ਵੀ ਟੀਮ ਪਹੁੰਚੀ ਹੋਈ, ਉਹ ਵੀ ਜਾਂਚ ਕਰ ਰਹੀ ਹੈ, ਪੁੱਛਗਿੱਛ ਹੋਏਗੀ। 2 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ, ਉਹਨਾਂ ਤੋਂ ਪੁੱਛਗਿੱਛ ਹੋਏਗੀ ਕਿ ਸਾਰਾ ਵਾਕਿਆ ਹੋਇਆ ਕੀ ਹੈ। ਔਰ ਉਹਨਾਂ ਜਾਣਕਾਰੀ ਇਹ ਹੈ ਕਿ ਇਹ ਬਿਲਕੁਲ ਬਾਹਰ ਹੈ, ਯਾਨੀ ਕਿ ਰੋਡ ਤੇ ਇਹ ਜਿਹੜਾ ਸਾਰਾ ਕੁਝ ਵਾਪਰਿਆ ਹੈ ਕੋਰਟ ਦੇ ਬਿਲਕੁਲ ਬਾਹਰ। ਤਾਂ ਸਾਡੇ ਸਹਿਯੋਗੀ ਰੋਹਿਤ ਗੌੜ ਲਗਾਤਾਰ ਲਾਈਵ ਜੁੜੇ ਹੋਏ ਨੇ ਲੁਧਿਆਣਾ ਅਦਾਲਤ ਤੋਂ। ਰੋਹਿਤ, ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੈਂਗਵਾਰ ਦਾ ਮਾਮਲਾ ਨਹੀਂ ਹੈ। 2020 ਦਾ ਇੱਕ ਕੇਸ ਸੀ ਜਿਸ 'ਚ ਇੱਕ ਸ਼ਖਸ ਜਿਹੜਾ ਹੈ ਉਹ ਗਵਾਹੀ ਦੇਣ ਦੇ ਲਈ ਪਹੁੰਚਿਆ ਸੀ, ਆਪਸ 'ਚ ਝਗੜਾ ਹੋਇਆ, ਫਾਇਰਿੰਗ ਹੋਈ ਹੈ, 2 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ। ਵੀ ਉਹਨਾਂ ਨੇ ਸਾਫ਼ ਕੀਤਾ ਕਿ ਧਾਰਾ 452 ਦੇ ਤਹਿਤ ਕੋਈ ਮਾਮਲਾ ਪਹਿਲਾਂ ਦਰਜ ਹੈ, ਯਾਨੀ ਕਿ ਘਰ ਦੇ ਵਿੱਚ ਵੜ ਕੇ ਹਮਲਾ ਕਰਨ ਦਾ ਕੋਈ ਮਾਮਲਾ ਸੀ, ਕੋਈ ਗੈਂਗਵਾਰ ਨਹੀਂ ਹੈ। ਹੋਰ ਕੀ ਕੁਝ ਹੁਣ ਤੱਕ ਅਪਡੇਟ ਹੈ ਇਸ ਮਾਮਲੇ ਦੇ ਉੱਤੇ, ਕਿਉਂਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ। ਬਿਲਕੁਲ ਪੁਲਿਸ ਨੇ ਕੁਝ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਕਿਉਂਕਿ ਕੁਝ ਲੋਕ
ਪੁਲਿਸ ਨੇ ਜਿਹੜਾ ਵਰਡ ਯੂਜ਼ ਕੀਤਾ ਵਾ ਤਾਂ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੁਝ ਲੋਕਾਂ ਦੇ ਵਿੱਚ 1 ਤੋਂ 2 ਵੀ ਸ਼ਖਸ ਹੋ ਸਕਦੇ ਨੇ, 2 ਤੋਂ 4 ਵੀ ਹੋ ਸਕਦੇ ਨੇ। ਤਾਂ ਇਸ ਕਰਕੇ ਕਿੰਨੇ ਲੋਕ ਇਹਨਾਂ ਨੇ ਰਾਉਂਡ ਅਪ ਕੀਤੇ ਇਹ ਇਸ ਚੀਜ਼ ਦੀ ਹਜੇ ਪੁਸ਼ਟੀ ਨਹੀਂ ਕੀਤੀ ਹੈ, ਪਰ ਇਹ ਜ਼ਰੂਰ ਹੈ ਕਿ ਹੁਣ ਪੁੱਛਤਾਛ ਕੀਤੀ ਜਾ ਰਹੀ ਹੈ ਔਰ ਇਸ ਦੇ ਵਿੱਚ ਆਪਸੀ ਰੰਜਿਸ਼ ਦਾ ਜਿਹੜਾ ਮਾਮਲਾ ਹੈ ਉਹ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ 2015 ਦੇ ਵਿੱਚ ਇਹ ਮਾਮਲਾ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਦਰਜ ਹੋਇਆ ਸੀਗਾ ਔਰ ਆਪਸੀ ਰੰਜਿਸ਼ ਨੂੰ ਲੈ ਕੇ ਇੱਥੇ ਜਿਹੜੀ ਗਵਾਹੀਆਂ ਸੀਗੀਆਂ ਉਹ ਪੈਣੀਆਂ ਸੀਗੀਆਂ ਤਾਂ ਉਸ ਗਵਾਹੀਆਂ ਦੇ ਤੌਰ ਦੇ ਉੱਤੇ ਹੀ ਆਪਸ ਵਿੱਚ ਝੜਪ ਹੁੰਦੀ ਹੈ। ਝੜਪ ਹੋਣ ਤੋਂ ਬਾਅਦ ਇਹ ਆਪਸ ਵਿੱਚ ਗੋਲੀਆਂ ਚੱਲਦੀਆਂ ਨੇ ਤੇ ਇੱਕ ਸ਼ਖਸ ਘਾਇਲ ਹੁੰਦਾ ਵਾ ਤੇ ਉਸ ਸ਼ਖਸ ਜਿਹੜਾ ਘਾਇਲ ਹੁੰਦਾ ਉਸ ਤੋਂ ਪੁੱਛਤਾਛ ਕੀਤੀ ਗਈ। ਉਸ ਤੋਂ ਬਾਅਦ ਪੁੱਛਿਆ ਗਿਆ ਕਿ ਕਿਸ ਮਾਮਲੇ 'ਚ ਉਹ ਇੱਥੇ ਆਏ ਸੀਗੇ, ਕਿਹੜਾ ਮਾਮਲਾ ਸੀ, ਕਿਸ ਬੰਦੇ ਨੇ ਗੋਲੀ ਚਲਾਈ ਹੈ ਔਰ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਹੀ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਵਾ ਔਰ ਪੁਲਿਸ ਪੂਰੇ ਤੌਰ ਦੇ ਉੱਤੇ ਹੁਣ ਮੁਸ਼ਤੈਦ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਪੁਲਿਸ ਨੇ ਇਹ ਚੀਜ਼ ਜ਼ਰੂਰ ਮੰਨਿਆ ਵਾ ਕਿ ਇਹ ਪਿਛਲਾ ਜਿਹੜਾ ਰਸਤਾ ਸੀਗਾ, ਅਗਰ ਇਹ ਰਸਤਾ ਖੁੱਲਾ ਸੀਗਾ ਤਾਂ ਹੀ ਇੱਥੇ ਜਿਹੜੀ ਹੈ ਇਹ ਝੜਪ ਹੋਈ ਹੈ ਔਰ ਇਹ ਰਸਤਾ ਖੋਲਣਾ ਹੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇੱਕ ਕੋਤਾਹੀ ਵੀ ਕਹੀ ਜਾ ਸਕਦੀ ਹੈ। ਔਰ ਇਸ ਚੀਜ਼ ਨੂੰ ਲੈ ਕੇ ਜਦੋਂ ਅਸੀਂ ਆਲਾ ਅਧਿਕਾਰੀਆਂ ਨਾਲ ਪੁੱਛਿਆ ਕਿ ਇਹ ਅਗਰ ਰਸਤਾ ਹੀ ਨਾ ਖੁੱਲਿਆ ਹੁੰਦਾ ਤਾਂ ਸ਼ਾਇਦ ਇੱਥੇ ਝੜਪ ਹੀ ਨਾ ਹੁੰਦੀ ਔਰ ਕਿਉਂਕਿ ਝੜਪ ਨਹੀਂ ਹੁੰਦੀ ਤਾਂ ਅਗਲੇ ਕੋਰਟ ਕੰਪਲੈਕਸ ਦੇ ਅਗਲੇ ਹਿੱਸੇ ਦੇ ਵਿੱਚ ਜਿੱਥੇ ਕਿ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਉੱਥੇ ਕਿਸੇ ਤਰੀਕੇ ਦੀ ਵੀ ਕੋਈ ਵੀ ਇਦਾਂ ਦੀ ਝੜਪ ਨਾ ਦੇਖਣ ਨੂੰ ਮਿਲਦੀ, ਕਿਉਂਕਿ ਉੱਥੇ ਪੁਲਿਸ ਚੌਂਕੀ ਵੀ ਹੈਗੀ ਹੈ। ਕੋਰਟ ਕੰਪਲੈਕਸ ਦੇ ਅਗਲੇ ਹਿੱਸੇ ਦੇ ਵਿੱਚ ਪੁਲਿਸ ਵੀ ਹਮੇਸ਼ਾ ਤੈਨਾਤ ਰਹਿੰਦੀ ਹੈ ਤਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਝੜਪ ਨਹੀਂ ਹੋ ਸਕਦੀ ਸੀਗੀ। ਪਰ ਪੁਲਿਸ ਨੇ ਆਪਣੀ ਕਿਤੇ ਨਾ ਕਿਤੇ ਕੋਤਾਹੀ ਨੂੰ ਲੁਕਾਉਂਦੇ ਹੋਏ ਇਹ ਵਰਡ ਯੂਜ਼ ਕੀਤੇ ਨੇ ਕਿ ਇਹ ਰਸਤਾ ਅਸੀਂ ਆਮ ਲੋਕਾਂ ਵਾਸਤੇ ਖੋਲ੍ਹਿਆ ਹੋਇਆ ਸੀਗਾ, ਪਰ ਆਹ ਰਸਤਾ ਇਸ ਰਸਤੇ ਦੇ ਉੱਤੇ ਕਿਸੇ ਤਰੀਕੇ ਦੀ ਸੁਰੱਖਿਆ ਨਾ ਹੋਣੀ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਾਕਿਆ ਨੂੰ ਅੰਜਾਮ ਦੇਣਾ ਹੁੰਦਾ ਵਾ। ਔਰ ਬੇਸ਼ੱਕ ਉਹ ਜਿਹੜਾ ਲਾਸਟ ਟਾਈਮ ਜਦੋਂ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਬਲਾਸਟ ਹੋਇਆ ਸੀਗਾ ਤਾਂ ਉਹ ਵੀ ਸ਼ਖਸ ਬਿਨਾਂ ਜਾਂਚ ਤੋਂ ਬਿਨਾਂ ਉਸ ਦੀ ਤਲਾਸ਼ੀ ਲਿੱਤੇ ਉਹ ਸ਼ਖਸ ਤੀਸਰੀ ਮੰਜ਼ਿਲ ਤੇ ਪਹੁੰਚ ਜਾਂਦਾ ਵਾ ਤੇ ਉੱਥੇ ਜਾ ਕੇ ਉਹ ਬੰਬ ਨੂੰ ਬਲਾਸਟ ਕਰਨ ਦੀ ਕੋਸ਼ਿਸ਼ ਕਰਦਾ, ਜਿਸ ਵੇਲੇ ਉਸਦੇ ਆਪਣੇ ਚੀਥੜੇ ਉੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਹ ਜਿਹੜੇ ਰਸਤੇ ਸੀਗੇ ਇਹ ਬੰਦ ਕਰ ਦਿੱਤੇ ਗਏ ਸੀਗੇ। ਪਰ ਹੁਣ ਦੁਬਾਰਾ ਇਹਨਾਂ ਰਸਤਿਆਂ ਨੂੰ ਖੋਲ੍ਹਣਾ ਹੀ ਕਿਤੇ ਨਾ ਕਿਤੇ ਇੱਕ ਕੋਤਾਹੀ ਦੀ ਹੀ ਨਿਸ਼ਾਨੀ ਨਜ਼ਰ ਆਉਂਦੀ ਹੈ ਤੇ ਇਸ ਕਰਕੇ ਹੁਣ ਪੁਲਿਸ ਨੂੰ ਕਿਤੇ ਨਾ ਕਿਤੇ ਇਸ ਕੋਰਟ ਕੰਪਲੈਕਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਇੱਕ ਇਸ ਪੂਰੇ ਰਸਤਿਆਂ ਨੂੰ ਬੰਦ ਕਰਨਾ ਪੈਣਾ ਹੈਗਾ ਵਾ ਔਰ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਹੈਗੀ ਉਸ ਨੂੰ ਕੜੀ ਕਰਨੀ ਜ਼ਰੂਰੀ ਹੈਗੀ ਹੈ। ਮੈਟਲ ਡਿਟੈਕਟਰ ਜਿਹੜੇ ਮਸ਼ੀਨਾਂ ਹੈਗੀਆਂ ਉਹ ਜ਼ਰੂਰ ਬੇਸ਼ੱਕ ਬਹੁਤ ਸਵਾਲ ਨੇ।